ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਸੰਤ ਮਹਾਂਪੁਰਖ ਬਾਬਾ ਮਹਾ ਹਰਨਾਮ ਸਿੰਘ ਜੀ ਦੀ ਚੱਲ ਰਹੀ ਲੜੀਵਾਰ ਪ੍ਰਸੰਗ ਕਥਾ ਦੇ ਤਹਿਤ ਉਹਨਾਂ ਦੇ ਅਗਲੇ ਜੀਵਨ ਦਰਸ਼ਨਾਂ ਦੀ ਜੋ ਕੜੀ ਆ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਇੱਕ ਵਾਰ ਇੱਕ ਅੰਮ੍ਰਿਤਸਰ ਦਾ ਪ੍ਰੇਮੀ ਸੀਗਾ, ਉਹ ਮਹਾਂਪੁਰਖਾਂ ਦੇ ਦਰਸ਼ਨ ਕਰਨ ਆਇਆ। ਜਦ ਦਰਸ਼ਨ ਕਰਨ ਆਇਆ ਤੇ ਮਹਾਂਪੁਰਖਾਂ ਨੂੰ ਜਦ ਮੱਥਾ ਟੇਕ ਕੇ ਕੋਲ ਬੈਠਾ ਤੇ ਬਾਬਾ ਜੀ ਨੇ ਆਖਿਆ, ਕਹਿੰਦੇ ਭਾਈ ਦੱਸ ਨਿਤਨੇਮ ਕੀ ਕਰਦਾ ਹੁੰਦਾ? ਤਾਂ ਫਿਰ ਉਹ ਸੱਜਣ ਕਹਿਣ ਲੱਗਾ ਕਿ ਮਹਾਂਪੁਰਖੋ ਵੀ ਮੈਂ ਸੁਖਮਨੀ ਸਾਹਿਬ ਦਾ ਪਾਠ ਰੋਜ਼ ਕਰਦਾ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਕਹਿਣ ਲੱਗੇ, ਕਹਿੰਦੇ ਅੱਛਾ ਫਿਰ ਤੂੰ ਇਸ ਤਰ੍ਹਾਂ ਕਰਕੇ ਸਾਨੂੰ ਸੁਖਮਨੀ ਸਾਹਿਬ ਦਾ ਪਾਠ ਸੁਣਾ। ਦੇਖੋ ਉਸ ਪ੍ਰੇਮੀ ਨੇ ਬੜੇ ਪ੍ਰੇਮ ਨਾਲ ਸੁਖਮਨੀ ਸਾਹਿਬ ਦਾ ਪਾਠ ਮਹਾਂਪੁਰਖਾਂ ਨੂੰ ਸੁਣਾਇਆ। ਜਦ ਪਾਠ ਦਾ ਭੋਗ ਪਿਆ ਤੇ ਬਾਬਾ ਜੀ ਕਹਿਣ ਲੱਗੇ ਕਿ ਇੱਕ ਪਾਠ ਹੋਰ ਸੁਣਾ। ਫਿਰ ਉਸ ਪ੍ਰੇਮੀ ਨੇ ਇੱਕ ਪਾਠ ਹੋਰ ਸੁਖਮਨੀ ਸਾਹਿਬ ਦਾ ਜਦ ਸੁਣਾ ਕੇ ਸਮਾਪਤੀ ਕੀਤੀ ਤੇ ਬਾਬਾ ਜੀ ਕਹਿਣ ਲੱਗੇ ਵੀ ਅਜੇ ਜਿਹੜੀ ਸਾਡੀ ਭੁੱਖ ਨਹੀਂ ਮਿਟੀ, ਇਸ ਕਰਕੇ ਤੂੰ ਇੱਕ ਪਾਠ ਹੋਰ ਸੁਣਾ। ਜਦ ਫਿਰ ਤੀਸਰਾ ਪਾਠ ਸੁਖਮਨੀ ਸਾਹਿਬ ਦਾ ਉਸ ਪ੍ਰੇਮੀ ਨੇ ਫਿਰ ਸੁਣਾਇਆ। ਮਹਾਂਪੁਰਖ ਨੇ ਇਸ ਤਰ੍ਹਾਂ ਕਰਦੇ ਕਰਦੇ ਚੌਥਾ ਪਾਠ ਕਹਿਤਾ, ਫਿਰ ਪੰਜਵਾਂ ਕਹਿਤਾ। 5 ਪਾਠ ਉਸ ਪ੍ਰੇਮੀ ਤੋਂ ਜਦ ਮਹਾਂਪੁਰਖ ਨੇ ਸੁਣੇ ਤੇ ਬੜੇ ਪ੍ਰਸੰਨ ਹੋਏ। ਉਸ ਤੋਂ ਬਾਅਦ ਪ੍ਰੇਮੀ ਕਹਿਣ ਲੱਗੇ ਕਿ ਮਹਾਂਪੁਰਖੋ ਹੁਣ ਮੈਨੂੰ ਜਾਣ ਦੀ ਇਜਾਜ਼ਤ ਦਿਓ। ਪਰ ਬਾਬਾ ਜੀ ਕਹਿਣ ਲੱਗੇ, ਕਹਿੰਦੇ ਨਹੀਂ ਭਾਈ, ਜਦ ਸਵੇਰਾ ਆਊਗਾ ਨਾ, ਦਿਨ ਚੜੂਗਾ, ਫਿਰ ਤੂੰ ਚਲਾ ਜਾਈਂ, ਫਿਰ ਅਸੀਂ ਤੈਨੂੰ ਇਜਾਜ਼ਤ ਦੇ ਦਿਆਂਗੇ। ਜਦ ਅਗਲਾ ਦਿਨ ਉਹ ਪ੍ਰੇਮੀ ਇਜਾਜ਼ਤ ਲੈਣ ਆਇਆ ਤੇ ਮਹਾਂਪੁਰਖ ਕਹਿਣ ਲੱਗੇ ਵੀ ਸਾਨੂੰ ਫਿਰ ਤੂੰ ਇੱਕ ਸੁਖਮਨੀ ਸਾਹਿਬ ਦਾ ਪਾਠ ਸੁਣਾ। ਫਿਰ ਦੇਖੋ ਉਹਨੇ ਫਿਰ ਸੁਖਮਨੀ ਸਾਹਿਬ ਦਾ ਪਾਠ ਸੁਣਾਇਆ। ਪਹਿਲੇ ਦੀ ਤਰ੍ਹਾਂ ਬਾਬਾ ਜੀ ਨੇ ਫਿਰ ਉਸੇ ਦਿਨ 5 ਸੁਖਮਨੀ ਸਾਹਿਬ ਦੇ ਪਾਠ ਉਹਦੇ ਕੋਲ ਸਰਵਣ ਕੀਤੇ ਤੇ ਬੜੇ ਪ੍ਰਸੰਨ ਹੋਏ। ਫਿਰ ਮਹਾਂਪੁਰਖ ਉਸ ਪ੍ਰੇਮੀ ਨੂੰ ਕਹਿਣ ਲੱਗੇ, ਕਹਿੰਦੇ ਭਾਈ ਵੀ ਅੱਜ ਤੈਨੂੰ ਇਹ ਅਸੀਂ ਦੱਸਦੇ ਹਾਂ ਕਿ ਇੱਕ ਸੁਖਮਨੀ ਸਾਹਿਬ ਦੇ ਪਾਠ ਦੇ ਨਾਲ ਜਿਹੜਾ ਡਬਲ ਫਲ ਹੈਗਾ, 2 ਗੁਣਾ ਫਲ ਕਿਵੇਂ ਪ੍ਰਾਪਤ ਹੁੰਦਾ ਹੈ। ਉਸ ਤੋਂ ਬਾਅਦ ਮਹਾਂਪੁਰਖਾਂ ਨੇ ਜਿਹੜੀ ਇੱਕ ਮਰਜ਼ਾਦਾ ਜਿਹੜੀ ਸੀ ਸੁਖਮਨੀ ਸਾਹਿਬ ਦੇ ਪਾਠ ਕਰਨ ਦੀ ਉਸ ਪ੍ਰੇਮੀ ਨੂੰ ਦੱਸੀ ਸੀ। ਤਾਂ ਬਾਬਾ ਜੀ ਕਹਿਣ ਲੱਗੇ, ਕਹਿੰਦੇ ਦੇਖ ਭਾਈ, ਜਦੋਂ ਅਸੀਂ ਸੁਖਮਨੀ ਸਾਹਿਬ ਦਾ ਪਾਠ ਕਰਨਾ ਜਦੋਂ ਇੱਕ ਅਸ਼ਟਪਦੀ ਦੀ ਸਮਾਪਤੀ ਹੁੰਦੀ ਆ, ਉਸ ਟਾਈਮ ਤੈਂ ਆ ਜਿਹੜਾ ਸ਼ਬਦ ਹੈਗਾ ਜ਼ਰੂਰ ਇਹਦੇ ਨਾਲ ਜੋੜ ਲੈਣਾ ਹੈਗਾ, ਇਹ ਜ਼ਰੂਰ ਪੜ੍ਹਨਾ ਹੈਗਾ। ਅਤੇ ਮਹਾਂਪੁਰਖਾਂ ਨੇ ਫਿਰ ਦੱਸਿਆ ਸੀਗਾ ਕਿ ਇੱਕ ਅਸ਼ਟਪਦੀ ਦੀ ਸਮਾਪਤੀ ਤੋਂ ਬਾਅਦ ਤੁਸੀਂ ਸ਼ਬਦ ਜੋੜਨਾ ਹੈ ਕਿ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕੇ ਮਨ ਵਿਸ਼ਰਾਮ। ਫਿਰ ਸਤਨਾਮ ਸ੍ਰੀ ਵਾਹਿਗੁਰੂ ਕਹਿਣਾ। ਇਸ ਤਰ੍ਹਾਂ ਇੱਕ ਇੱਕ ਅਸ਼ਟਪਦੀ ਦੇ ਅੱਗੇ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕੇ ਮਨ ਵਿਸ਼ਰਾਮ ਸਤਨਾਮ ਵਾਹਿਗੁਰੂ ਕਹਿ ਕੇ ਜਦੋਂ ਅਸੀਂ ਇਸ ਤਰ੍ਹਾਂ 24 ਅਸ਼ਟਪਦੀਆਂ ਪੜ੍ਹਾਂਗੇ ਤਾਂ ਫਿਰ ਇਹਦਾ ਫਲ 2 ਗੁਣਾ ਬਣ ਜਾਂਦਾ ਹੈਗਾ। ਦੇਖੋ ਇਹ ਮਰਜ਼ਾਦਾ ਜਦ ਮਹਾਂਪੁਰਖਾਂ ਨੇ ਉਸ ਪ੍ਰੇਮੀ ਨੂੰ ਦੱਸੀ ਸੀ, ਉਸ ਤੋਂ ਬਾਅਦ ਫਿਰ ਮਹਾਂਪੁਰਖਾਂ ਨੇ ਉਸ ਪ੍ਰੇਮੀ ਨੂੰ ਆਪਣੇ ਕੋਲ ਕੁਛ ਮਾਇਆ ਵੀ ਦਿੱਤੀ ਅਤੇ ਮਾਇਆ ਦੇ ਕੇ ਫਿਰ ਉਹਨੂੰ ਪ੍ਰਸੰਨ ਕਰਕੇ ਜਿਹੜਾ ਸੀ ਭੇਜਿਆ। ਫਿਰ ਉਹ ਪ੍ਰੇਮੀ ਜਿਹੜਾ ਸੀਗਾ ਸਿੱਧਾ ਬਾਬਾ ਨੰਦ ਸਿੰਘ ਹੋਣਾ ਦੇ ਦਰਸ਼ਨ ਕਰਨ ਵਾਸਤੇ ਨਾਨਕਸਰ ਕਲੇਰੀ ਪਹੁੰਚਿਆ ਸੀਗਾ। ਜਦ ਇੱਥੇ ਆਇਆ ਸੀ ਫਿਰ ਬਾਬਾ ਨੰਦ ਸਿੰਘ ਹੋਣਾ ਨੇ ਉਹਦੇ ਵੱਲ ਤੱਕ ਕੇ ਆਖਿਆ, ਕਹਿੰਦੇ ਭਾਈ ਦੱਸ ਕਿੱਥੋਂ ਆਇਆ? ਤਾਂ ਫਿਰ ਉਸ ਪ੍ਰੇਮੀ ਦੱਸਿਆ ਸੀਗਾ ਕਿ ਮੈਂ ਭੁੱਚੋ ਵਾਲੇ ਮਹਾਂਪੁਰਖ ਬਾਬਾ ਮਹਾ ਹਰਨਾਮ ਸਿੰਘ ਦੇ ਦਰਸ਼ਨ ਕਰਨ ਵਾਸਤੇ ਆਇਆ। ਅਤੇ ਫਿਰ ਬਾਬਾ ਨੰਦ ਸਿੰਘ ਕਹਿਣ ਲੱਗੇ ਫਿਰ ਤਾਂ ਬਹੁਤ ਵਧੀਆ ਗੱਲ ਹੈਗੀ ਆ। ਫਿਰ ਬਾਬਾ ਜੀ ਕਹਿਣ ਲੱਗੇ ਕਿ ਤੁਸੀਂ ਭੁੱਚੋ ਵਾਲੇ ਮਹਾਂਪੁਰਖਾਂ ਦਾ ਕੀ ਹੁਕਮ ਆ, ਤੁਸੀਂ ਸਾਨੂੰ ਸੁਣਾਓ। ਤਾਂ ਫਿਰ ਉਸ ਪ੍ਰੇਮੀ ਨੇ ਜਿਹੜਾ ਸੁਖਮਨੀ ਸਾਹਿਬ ਦੇ ਪਾਠ ਦੀ ਮਹਿਮਾ ਦਾ ਡਬਲ ਫਲ ਕਿਵੇਂ ਮਿਲਦਾ ਹੈ ਇਹ ਬਾਬਾ ਨੰਦ ਸਿੰਘ ਹੋਣਾ ਨੂੰ ਦੱਸਿਆ ਸੀ। ਅਤੇ ਬਾਬਾ ਨੰਦ ਸਿੰਘ ਹੋਣੀ ਫਿਰ ਸੁਣ ਕੇ ਬੜੇ ਪ੍ਰਸੰਨ ਹੋਏ ਸੀ। ਇਸ ਤਰ੍ਹਾਂ ਇੱਕ ਭਾਈ ਇੰਦਰ ਸਿੰਘ ਹੋਏ ਆ। ਇਹ ਜਿਹੜੇ ਭਾਈ ਇੰਦਰ ਸਿੰਘ ਸੀ ਇਹ ਰੌਲੀ ਨਗਰ ਦੇ ਸੀਗੇ ਅਤੇ ਇਹ ਆਪਣੇ ਪਿੰਡ ਦੇ ਜੈਲਦਾਰ ਹੁੰਦੇ ਸੀ। ਉਹਨਾਂ ਟਾਈਮਾਂ ਦੇ ਵਿੱਚ ਭਾਈ ਇੰਦਰ ਸਿੰਘ ਦਾ ਇੱਕ ਝਗੜਾ ਕੋਕਰੀ ਸਰਦਾਰਾਂ ਦੇ ਨਾਲ ਹੋ ਗਿਆ ਸੀਗਾ। ਜਦ ਝਗੜਾ ਹੋਇਆ ਸੀ, ਇਸ ਝਗੜੇ ਦੇ ਵਿੱਚ ਭਾਈ ਇੰਦਰ ਸਿੰਘ ਦੀ ਜਿਹੜੀ ਜ਼ਮੀਨ ਜਾਇਦਾਦ ਸੀ ਇਹ ਗਹਿਣੇ ਹੋ ਗਈ ਸੀ ਅਤੇ ਗਹਿਣੇ ਹੋ ਗਈ, ਘਰ ਦੇ ਵਿੱਚ ਗਰੀਬੀ ਆ ਗਈ ਅਤੇ ਇਹ ਭਾਈ ਇੰਦਰ ਸਿੰਘ ਘਰੋਂ ਨਿਰਾਸ਼ ਹੋ ਕੇ ਨਿਕਲ ਗਿਆ। ਜਦ ਨਿਰਾਸ਼ ਹੋ ਕੇ ਨਿਕਲਿਆ ਇਹ ਆਪਣੇ ਨਾਨਕੇ ਚਲੇ ਗਿਆ। ਇਹਦੇ ਨਾਨਕੇ ਨਿਥਾਵੇਂ ਪਿੰਡ ਦੇ ਵਿੱਚ ਉਹਨਾਂ ਪੈਂਦੇ ਹੁੰਦੇ ਸੀ। ਜਦ ਉੱਥੇ ਨਾਨਕੇ ਘਰ ਪਹੁੰਚਿਆ, ਨਾਨਕਿਆਂ ਨੇ ਇਹਦਾ ਕੋਈ ਖਾਸ ਇੱਜ਼ਤ ਮਾਣ ਨਹੀਂ ਕੀਤਾ। ਇਸ ਕਰਕੇ ਇਹ ਥੋੜ੍ਹਾ ਅੰਦਰੋਂ ਅੰਦਰੀ ਸ਼ਰਮ ਦਾ ਮਾਰਿਆ ਜਿਹੜਾ ਸੀਗਾ ਉੱਥੋਂ ਨਿਕਲ ਗਿਆ। ਪਰ ਕਿਸੇ ਨੇ ਦੱਸਿਆ ਕਿ ਤੂੰ ਇੱਥੇ ਭੁੱਚੋ ਚਲਾ ਜਾ ਬਾਬਾ ਮਹਾ ਹਰਨਾਮ ਸਿੰਘ ਦੇ ਪਾਸ, ਅਤੇ ਉਹ ਤੈਨੂੰ ਕੋਈ ਨਾ ਕੋਈ ਰਸਤਾ ਜ਼ਰੂਰ ਦਿਖਾਉਣਗੇ। ਫਿਰ ਭਾਈ ਇੰਦਰ ਸਿੰਘ ਬਾਬਾ ਮਹਾ ਹਰਨਾਮ ਸਿੰਘ ਦੇ ਪਾਸ ਪਹੁੰਚਿਆ ਸੀਗਾ। ਜਦ ਪਹੁੰਚਾ, ਇੱਥੇ ਆ ਕੇ ਸੇਵਾਦਾਰ ਨੂੰ ਕਹਿ ਕੇ ਜਦ ਮਹਾਂਪੁਰਖਾਂ ਦੇ ਚਰਨਾਂ 'ਚ ਇਹਨੇ ਮੱਥਾ ਟੇਕਿਆ ਅਤੇ ਬਾਬਾ ਜੀ ਨੇ ਜਦ ਇਹਦਾ ਨਾਮ ਪਤਾ ਗੋਤ ਪੁੱਛਿਆ ਅਤੇ ਇਹ ਥੋੜ੍ਹਾ ਸ਼ਰਮਾ ਕੇ ਬੋਲਿਆ। ਜਦ ਸ਼ਰਮਾ ਕੇ ਬੋਲਿਆ ਅਤੇ ਫਿਰ ਮਹਾਂਪੁਰਖਾਂ ਨੇ ਕਿਹਾ, ਕਹਿੰਦੇ ਭਾਈ ਤੂੰ ਸਿੱਧਾ ਕਿਉਂ ਨਹੀਂ ਬੋਲਦਾ? ਸਾਨੂੰ ਤਾਂ ਲੱਗਦਾ ਵੀ ਤੂੰ ਰੌਲੀ ਨਗਰ ਦਾ ਜੈਲਦਾਰ ਹੈਗਾ। ਜਦ ਇੰਨੀ ਗੱਲ ਹੋਈ ਤਾਂ ਭਾਈ ਇੰਦਰ ਸਿੰਘ ਹੋਣੀ ਜਿਹੜੇ ਸੀਗੇ ਇਹ ਰੋਣ ਲੱਗ ਪਏ ਅਤੇ ਰੋਂਦੇ ਰੋਂਦੇ ਮਹਾਂਪੁਰਖਾਂ ਨੂੰ ਕਹਿਣ ਲੱਗੇ ਕਿ ਬਾਬਾ ਜੀ ਜੈਲਦਾਰੀ ਕਾਹਦੀ ਰਹਿ ਗਈ ਹੈ, ਹੁਣ ਤਾਂ ਅਸੀਂ ਰੋਟੀਆਂ ਵੀ ਆਵਾਜ਼ਾਰ ਹੋ ਗਏ।
ਜਦ ਇੰਨੀ ਗੱਲ ਹੋਈ ਤਾਂ ਫਿਰ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਭਾਈ ਕੋਈ ਗੱਲ ਨਹੀਂ, ਹੌਸਲਾ ਰੱਖੋ। ਉਸ ਤੋਂ ਬਾਅਦ ਮਹਾਂਪੁਰਖਾਂ ਨੇ ਇਸ ਨੂੰ ਫਿਰ ਲੰਗਰ ਛਕਾਇਆ। ਲੰਗਰ ਛਕਾਉਣ ਤੋਂ ਬਾਅਦ ਇੱਕ ਬੋਰੀ ਦੇ ਦਿੱਤੀ ਅਤੇ ਬੋਰੀ ਦੇ ਕੇ ਬਾਬਾ ਜੀ ਕਹਿਣ ਲੱਗੇ ਕਿ ਉਹ ਸਾਹਮਣੇ ਇੱਕ ਬੇਰੀ ਆ, ਉਹਦੇ ਥੱਲੇ ਬੈਠ ਜਾ। ਜਦੋਂ ਭਾਈ ਇੰਦਰ ਸਿੰਘ ਜਿਹੜੇ ਸੀ ਬੋਰੀ ਲੈ ਕੇ ਉਹ ਉਸ ਬੇਰੀ ਦੇ ਥੱਲੇ ਬੈਠ ਗਏ। ਉਸ ਤੋਂ ਬਾਅਦ ਜਦ ਦੂਸਰਾ ਪਹਿਰ ਹੋਇਆ ਅਤੇ ਮਹਾਂਪੁਰਖਾਂ ਨੇ ਫਿਰ ਉਸ ਟਾਈਮ ਇਹਨਾਂ ਦਾ ਇੱਕ ਸੇਵਕ ਸੀਗਾ ਜਿਹਦਾ ਨਾਂ ਸੀ ਚੰਦਾ ਸਿੰਘ, ਉਹਨੂੰ ਆਵਾਜ਼ ਮਾਰੀ ਅਤੇ ਜਾ ਕੇ ਉਹਨੂੰ ਇਹ ਕਿਹਾ ਕਿ ਜਾ ਕੇ ਇਹ ਦੇਖ ਵੀ ਉਹ ਜਿਹੜਾ ਜੈਲਦਾਰ ਬੈਠਾ ਹੈਗਾ ਬੇਰੀ ਦੇ ਥੱਲੇ ਬੋਰੀ ਉੱਪਰ, ਉਹਨੂੰ ਜਾ ਕੇ ਪਤਾ ਕਰ ਵੀ ਉਹਨੂੰ ਕਿਸੇ ਚੀਜ਼ ਦੀ ਲੋੜ ਹੈ ਤਾਂ ਸਾਨੂੰ ਆ ਕੇ ਦੱਸੇ। ਜਦ ਇੰਨੀ ਗੱਲ ਹੋਈ ਤਾਂ ਫਿਰ ਇਹ ਹੈ ਨਾ ਭਾਈ ਚੰਦਾ ਸਿੰਘ ਜੀ ਇਹ ਹੈ ਨਾ ਉਸ ਇੰਦਰ ਸਿੰਘ ਦੇ ਪਾਸ ਚਲੇ ਗਏ। ਉਹਨਾਂ ਨੂੰ ਜਾ ਕੇ ਮਹਾਂਪੁਰਖਾਂ ਦਾ ਸੁਨੇਹਾ ਦੇ ਜਦ ਦੇਤਾ ਤਾਂ ਪਰ ਇੰਦਰ ਸਿੰਘ ਜਿਹੜੇ ਸੀ ਚੁੱਪ ਕਰ ਗਏ। ਪਰ ਉਸ ਤੋਂ ਬਾਅਦ ਫਿਰ ਬਾਬਾ ਜੀ ਜਿਹੜੇ ਸੀ ਉਹਦੇ ਪਾਸ ਆਪ ਹੀ ਆ ਗਏ, ਆ ਕੇ ਕਹਿਣ ਲੱਗੇ, ਕਹਿੰਦੇ ਭਾਈ ਤੂੰ ਰੌਲੀ ਨਗਰ ਦਾ ਜੈਲਦਾਰ ਹੈਗਾ, ਇਸ ਕਰਕੇ ਸਾਨੂੰ ਪਤਾ ਹੈ ਵੀ ਜਿਹੜੇ ਜੈਲਦਾਰ ਹੈਗੇ ਆ ਉਹਨਾਂ ਨੂੰ ਕਿਸੇ ਨਾ ਕਿਸੇ ਚੀਜ਼ ਦੀ ਟੋਟ ਲੱਗੀ ਰਹਿੰਦੀ, ਜਿਵੇਂ ਤੈਨੂੰ ਜਿਹੜੀ ਹੈ ਨਾ ਅੰਦਰ ਅਫੀਮ ਦੀ ਟੋਟ ਲੱਗੀ। ਉਹ ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਕਹਿਣ ਲੱਗੇ, ਕਹਿੰਦੇ ਭਾਈ ਚਲੋ ਕੋਈ ਗੱਲ ਨਹੀਂ, ਅਸੀਂ ਤੇਰੀ ਇਹ ਵੀ ਟੋਟ ਪੂਰੀ ਕਰ ਦਿੰਦੇ ਹਾਂ। ਉਸੇ ਟਾਈਮ ਮਹਾਂਪੁਰਖਾਂ ਨੇ ਭਾਈ ਚੰਦਾ ਸਿੰਘ ਨੂੰ 2 ਰੁਪਈਏ ਦਿੱਤੇ ਅਤੇ 2 ਰੁਪਈਏ ਦੇ ਕੇ ਕਿਹਾ ਕਿ ਇਹਨੂੰ ਹੈ ਨਾ ਬਾਹਰੋਂ ਫੀਮ ਲਿਆ ਕੇ ਭਾਈ ਇੰਦਰ ਸਿੰਘ ਜੈਲਦਾਰ ਨੂੰ ਦੇ ਦੇ। ਅਤੇ ਇਸ ਤਰ੍ਹਾਂ ਜਿਹੜੀ ਸੀ ਮਹਾਂਪੁਰਖਾਂ ਨੇ ਇਹਦੀ ਦੇਖਭਾਲ ਕਰਨੀ ਸ਼ੁਰੂ ਕਰ ਦਿੱਤੀ। ਜਦ ਦੇਖਭਾਲ ਕਰਨੀ ਸ਼ੁਰੂ ਕਰਤੀ, ਭਾਈ ਇੰਦਰ ਸਿੰਘ ਨੂੰ ਇੱਕ ਮੰਜਾ ਦੇ ਦਿੱਤਾ, ਬਿਸਤਰਾ ਦੇ ਦਿੱਤਾ ਅਤੇ ਉੱਥੇ ਫਿਰ ਜਿਹੜੇ ਸੀ ਭਾਈ ਇੰਦਰ ਸਿੰਘ ਜੈਲਦਾਰ ਰਹਿਣ ਲੱਗ ਪਏ। ਰਹਿੰਦੇ ਇਹਨਾਂ ਨੂੰ 2 ਸਾਲ ਹੋ ਗਿਆ ਅਤੇ ਇਹ ਜਿਹੜੇ ਸੀ ਵਿੱਚ ਮਹਾਂਪੁਰਖਾਂ ਦੀ ਸੇਵਾ ਵੀ ਕਰਦੇ ਹੁੰਦੇ ਸੀ। ਪਰ ਬਾਬਾ ਜੀ ਇਹਨੂੰ ਆਖ ਦਿੰਦੇ ਸੀ, ਕਹਿੰਦੇ ਨਹੀਂ ਭਾਈ ਵੀ ਤੂੰ ਹੈ ਨਾ ਰੌਲੀ ਨਗਰ ਦਾ ਜੈਲਦਾਰ ਹੈਗਾ, ਇਸ ਕਰਕੇ ਤੈਨੂੰ ਸੇਵਾ ਦੀ ਜ਼ਿਆਦਾ ਜ਼ਰੂਰਤ ਨਹੀਂ ਆ। ਪਰ ਫਿਰ ਵੀ ਸਮਾਂ ਕੱਢ ਕੇ ਭਾਈ ਇੰਦਰ ਸਿੰਘ ਜਿਹੜੇ ਸੀ ਉਹ ਸੇਵਾ ਵਿੱਚ ਹੱਥ ਪੈਰ ਮਾਰ ਹੀ ਲੈਂਦੇ ਸੀ। ਇਸ ਤਰ੍ਹਾਂ ਜਦ 2 ਸਾਲ ਪੂਰੇ ਹੋਏ ਅਤੇ ਮਹਾਂਪੁਰਖਾਂ ਨੇ ਫਿਰ ਇੱਕ ਦਿਨ ਹੈ ਨਾ 2 ਸਾਲ ਤੋਂ ਭਾਈ ਇੰਦਰ ਸਿੰਘ ਨੂੰ ਕਹਿ ਦਿੱਤਾ, ਕਹਿੰਦੇ ਭਾਈ ਬਈ ਜਿਹੜੇ ਤੇਰੇ ਨਾਂ ਦੇ ਉੱਤੇ 2 ਮੁਰੱਬੇ ਗਹਿਣੇ ਹੋ ਗਏ ਸੀਗੇ ਨਾ, ਤੇਰੇ ਨਾਂ ਦੇ ਉੱਤੇ 2 ਮੁਰੱਬੇ ਹੁਣ ਕੱਟੇ ਗਏ ਆ, ਅਤੇ ਤੂੰ ਇਸ ਤਰ੍ਹਾਂ ਕਰ, ਜਾ ਕੇ ਆਪਣੇ ਪਿੰਡ ਚਲੇ ਜਾ ਅਤੇ 2 ਮੁਰੱਬੇ ਲੈ ਲਾ। ਜਦ ਇੰਨੀ ਗੱਲ ਹੋਈ ਤਾਂ ਭਾਈ ਇੰਦਰ ਸਿੰਘ ਰੋਣ ਲੱਗ ਪਏ ਤਾਂ ਮਹਾਂਪੁਰਖਾਂ ਨੂੰ ਕਹਿਣ ਲੱਗੇ, ਜੀ ਕਿਹੜੇ ਮੁਰੱਬੇ ਕਿਹਦੀ ਗੱਲ ਕਰਦੇ ਆ, ਮੈਂ ਹੁਣ ਨਾ ਪਿੰਡ ਜਾਣਾ ਨਾ ਕਿਸੇ ਹੋਰ ਪਾਸੇ ਜਾਣਾ, ਮੈਂ ਆਪਦੇ ਚਰਨਾਂ 'ਚ ਰਹਿ ਕੇ ਹੀ ਇੱਥੇ ਆਪਣੀ ਜ਼ਿੰਦਗੀ ਗੁਜ਼ਾਰਨੀ ਹੈ। ਜਦ ਇੰਨੀ ਗੱਲ ਹੋਈ ਤਾਂ ਮਹਾਂਪੁਰਖ ਕਹਿਣ ਲੱਗੇ, ਨਹੀਂ ਭਾਈ ਤੈਨੂੰ ਆਪਣੇ ਨਗਰ ਜਾਣਾ ਹੀ ਪੈਣਾ, ਕਿ ਅਗਰ ਤੂੰ ਆਪਣੇ ਪਿੰਡ ਨਹੀਂ ਜਾਊਂਗਾ ਤਾਂ ਫਿਰ ਤੇਰੀ ਸੰਤਾਨ ਦਾ ਜਿਹੜਾ ਵਾਧਾ ਕਿਵੇਂ ਹੋਊਗਾ। ਜਦ ਇੰਨੀ ਗੱਲ ਹੋਈ ਤਾਂ ਫਿਰ ਮਹਾਂਪੁਰਖਾਂ ਨੇ ਸੰਗਤ ਨੂੰ ਕਹਿ ਦਿੱਤਾ ਵੀ ਤੁਸੀਂ ਹੁਣ ਇੰਦਰ ਸਿੰਘ ਜੈਲਦਾਰ ਨੂੰ ਸਮਝਾਵੋ। ਜਦ ਇੰਨੀ ਗੱਲ ਹੋਈ ਤਾਂ ਫਿਰ ਸੰਗਤ ਨੇ ਭਾਈ ਇੰਦਰ ਸਿੰਘ ਜੈਲਦਾਰ ਰੌਲੀ ਨਗਰ ਵਾਲੇ ਨੂੰ ਇਹ ਗੱਲ ਆਖੀ ਸੀ, ਕਹਿੰਦੇ ਜੋ ਮਹਾਂਪੁਰਖ ਕਹਿੰਦੇ ਉਹ ਬਚਨ ਮੰਨ ਲਈਦਾ ਹੁੰਦਾ, ਤੂੰ ਆਪਣੇ ਪਿੰਡ ਚਲੇ ਜਾ। ਜਦ ਇੰਨੀ ਗੱਲ ਹੋਈ ਸੀ ਤਾਂ ਫਿਰ ਭਾਈ ਇੰਦਰ ਸਿੰਘ ਜਿਹੜੇ ਸੀ ਜਾਣ ਵਾਸਤੇ ਤਿਆਰ ਹੋ ਗਏ ਸੀਗੇ। ਜਦੋਂ ਜਾਣ ਵਾਸਤੇ ਤਿਆਰ ਹੋਏ ਸੀ ਤਾਂ ਮਹਾਂਪੁਰਖਾਂ ਨੇ ਫਿਰ ਇਸ ਦੀ ਜੈਲਦਾਰੀ ਨੂੰ ਧਿਆਨ 'ਚ ਰੱਖਦੇ ਹੋਏ ਆਪਣੀ ਜਿਹੜੀ ਸੰਗਤ ਦੇ ਇੱਕ ਪ੍ਰੇਮੀ ਨੂੰ ਕਹਿ ਦਿੱਤਾ ਕਿ ਇੱਕ ਘੋੜੀ ਜਿਹੜੀ ਆ ਨਾ ਭਾਈ ਇੰਦਰ ਸਿੰਘ ਜੈਲਦਾਰ ਨੂੰ ਦੇ ਦੇ, ਅਤੇ ਇਹ ਆਪ ਘੋੜੀ 'ਤੇ ਚੜ੍ਹ ਕੇ ਪਿੰਡ ਜਾਊਗਾ ਕਿਉਂਕਿ ਇਹ ਜੈਲਦਾਰ ਹੈਗਾ। ਉਸ ਤੋਂ ਬਾਅਦ ਦੇਖੋ ਇੱਕ ਘੋੜੀ ਦਿੱਤੀ ਸੀ, ਉਸ ਘੋੜੀ ਦੇ ਉੱਤੇ ਇੰਦਰ ਸਿੰਘ ਰੌਲੀ ਨਗਰ ਦਾ ਜਿਹੜਾ ਸਰਦਾਰ ਸੀਗਾ ਇਹ ਚੜ੍ਹ ਕੇ ਗਿਆ, ਅਤੇ ਮਹਾਂਪੁਰਖਾਂ ਨੇ ਬਹੁਤ ਸਾਰੇ ਰੁਪਈਏ ਬੰਨ੍ਹ ਕੇ ਇਹਦੇ ਲੱਕ ਦੇ ਦੁਆਲੇ ਜਿਹੜੇ ਸੀ ਇਹਨੂੰ ਭੇਟਾ ਦਿੱਤੇ ਸੀਗੇ। ਫਿਰ ਇਹਨੂੰ ਕਹਿ ਦਿੱਤਾ ਸੀਗਾ ਕਿ ਹੁਣ ਤੂੰ ਆਪਣੇ ਪਿੰਡ ਜਦੋਂ ਜਾਊਂਗਾ ਅਤੇ ਆਪਣੀ ਜ਼ਮੀਨ ਜਿਹੜੀ ਤੇਰੀ ਫਿਰੋਜ਼ਪੁਰ ਨਗਰ ਦੇ ਵਿੱਚ ਤੈਨੂੰ ਅਲਾਟ ਹੋਈ ਹੈ ਉੱਥੇ ਜਾ ਕੇ ਤੂੰ ਆਪਣਾ ਹੁਣ ਕਬਜ਼ਾ ਲੈ ਲਾ। ਉਸ ਤੋਂ ਬਾਅਦ ਦੇਖੋ ਜਦੋਂ ਭਾਈ ਇੰਦਰ ਸਿੰਘ ਉੱਥੋਂ ਨਿਕਲੇ ਆ, ਇਹ ਸਿੱਧੇ ਹੈ ਨਾ ਇਹਨਾਂ ਦਾ ਇੱਕ ਦੋਸਤ ਜਿਹਦਾ ਨਾਂ ਸੀ ਕਾਲਾ ਸਿੰਘ, ਇਹ ਬੁੱਗੇਪੁਰ ਪਿੰਡ ਦਾ ਸੀਗਾ, ਉੱਥੇ ਚਲੇ ਗਏ। ਜਦ ਕਾਲਾ ਸਿੰਘ ਦੇ ਪਾਸ ਮਿੱਤਰ ਦੇ ਗਏ ਅਤੇ ਕਾਲਾ ਸਿੰਘ ਦਾ ਮਿੱਤਰ ਇਹਨੂੰ ਦੇਖ ਕੇ ਬੜਾ ਹੈਰਾਨ ਹੋਇਆ, ਹੈਰਾਨ ਹੋ ਕੇ ਕਹਿਣ ਲੱਗਾ ਵੀ ਤੂੰ ਕਿੱਧਰੋਂ ਆ ਗਿਆ ਹੈ। ਜਦ ਇੰਨੀ ਗੱਲ ਹੋਈ ਆ ਤਾਂ ਫਿਰ ਭਾਈ ਇੰਦਰ ਸਿੰਘ ਕਹਿਣ ਲੱਗੇ ਕਿ ਤੂੰ ਮੇਰੀ ਛੱਡ, ਤੂੰ ਸੁਣਾ ਮੇਰੇ ਪਿੰਡ ਦਾ ਕੀ ਹਾਲ ਆ। ਪਰ ਕਾਲਾ ਸਿੰਘ ਕਹਿਣ ਲੱਗਾ, ਕਹਿੰਦੇ ਭਾਈ ਤੈਨੂੰ ਤਾਂ ਅਸੀਂ ਹੈ ਨਾ ਸਾਰਿਆਂ ਨੇ ਮਰਿਆ ਸਮਝ ਲਿਆ ਸੀਗਾ ਵੀ ਤੂੰ 2 ਸਾਲ 3 ਸਾਲ ਤੇਰੀ ਕੋਈ ਉਗ ਸੁਗ ਨਹੀਂ ਮਿਲੀ, ਇਸ ਕਰਕੇ ਘਰ ਦੇ ਨੇ ਤੇਰਾ ਭੋਗ ਵੀ ਪਾਤਾ ਅਤੇ ਤੇਰੀਆਂ ਮਕਾਨਾਂ ਵੀ ਸਾਰੀਆਂ ਜਿਹੜੀਆਂ ਹਨ ਘਰ ਦੇ ਵਿੱਚ ਉਹ ਚੱਲ ਹੋ ਗਈਆਂ, ਸਾਰਾ ਕੁਝ ਹੋ ਗਿਆ। ਜਦ ਕਾਲਾ ਸਿੰਘ ਨੇ ਭਾਈ ਇੰਦਰ ਸਿੰਘ ਨੂੰ ਦੱਸਿਆ ਅਤੇ ਫਿਰ ਇੰਦਰ ਸਿੰਘ ਕਹਿਣ ਲੱਗੇ ਵੀ ਠੀਕ ਆ, ਤੁਹਾਡੇ ਕਰਕੇ ਤਾਂ ਮੈਂ ਮਰਿਆ ਹੋਇਆ ਸੀਗਾ, ਪਰ ਇੱਕ ਮਹਾਂਪੁਰਖਾਂ ਨੇ ਕਹਿੰਦੇ ਮੈਨੂੰ ਜਿਹੜਾ ਸੀਗਾ ਉਹ ਜੀਵਨ ਦਾਨ ਦੇ ਦਿੱਤਾ ਹੈ। ਅਤੇ ਜਦ ਇੰਨੀ ਗੱਲ ਹੋਈ ਤਾਂ ਉਹਨਾਂ ਨੇ ਫਿਰ ਉਹਨੂੰ ਬਾਬਾ ਮਾਹਰ ਨਾਮ ਸੁਣਾ ਦਾ ਨਾਂ ਲਿਆ ਕਿ ਮੈਂ ਜਿਹੜਾ 2-3 ਸਾਲ ਨਾ ਮਹਾਂਪੁਰਖਾਂ ਦੇ ਕੋਲ ਕੱਟੇ ਆ, ਸਾਰੀ ਮੇਰੀ ਦੇਖਭਾਲ ਮਹਾਂਪੁਰਖਾਂ ਨੇ ਕੀਤੀ ਆ। ਉਸ ਤੋਂ ਬਾਅਦ ਫਿਰ ਭਾਈ ਇੰਦਰ ਸਿੰਘ ਨੇ ਦੱਸਿਆ ਸੀਗਾ, ਮਹਾਂਪੁਰਖਾਂ ਨੇ ਦੱਸਿਆ ਸੀਗਾ ਕਿ 2 ਬਿਘੇ ਜ਼ਮੀਨ ਤੈਨੂੰ ਲਾਟ ਹੋ ਗਈ ਆ। ਫਿਰ ਉਸ ਤੋਂ ਬਾਅਦ ਕਾਲਾ ਸਿੰਘ ਕਹਿੰਦਾ ਵੀ ਬਿਲਕੁਲ ਗੱਲ ਸਹੀ ਆ, 2 ਬਿਘੇ ਜ਼ਮੀਨ ਤੈਨੂੰ ਲਾਟ ਹੋਈ ਆ, ਪਰ ਹੋਈ ਉਹ ਫਿਰੋਜ਼ਪੁਰ ਵਿੱਚ ਆ, ਅਤੇ ਤੂੰ ਉੱਥੇ ਜਾ ਕੇ ਆਪਣੀ ਜ਼ਮੀਨ ਲੈ ਲਾ। ਉਸ ਤੋਂ ਬਾਅਦ ਦੇਖੋ ਇਹ ਜਿਹੜਾ ਭਾਈ ਇੰਦਰ ਸਿੰਘ ਸੀਗਾ ਫਿਰੋਜ਼ਪੁਰ ਚਲਾ ਗਿਆ। ਉਸ ਤੋਂ ਬਾਅਦ ਫਿਰ ਇਹਨੇ ਆਪਣੀ ਜਿਹੜੀ ਜ਼ਮੀਨ ਸੀ ਸਾਂਭ ਲਈ। ਉਸ ਤੋਂ ਬਾਅਦ ਦੇਖੋ ਇਸ ਦੀ ਜ਼ਿੰਦਗੀ ਦੀ ਐਸੀ ਚੜ੍ਹਦੀ ਕਲਾ ਹੋਈ। ਇਹਦੇ 2 ਲੜਕੇ ਹੋਏ, ਵੱਡੇ ਦਾ ਨਾਂ ਜਿਹੜਾ ਅਜਮੇਰ ਸਿੰਘ ਸੀ,
ਛੋਟੇ ਦਾ ਨਾਂ ਸੀਗਾ ਸ਼ੇਰ ਸਿੰਘ। ਜਿਹੜੇ ਸ਼ੇਰ ਸਿੰਘ ਆ ਉਹ DSP ਰਿਟਾਇਰ ਹੋਏ ਵਾ, ਅਤੇ ਬਾਕੀ ਅੱਜ ਕੱਲ੍ਹ ਇਹਨਾਂ ਦਾ ਸਾਰਾ ਪਰਿਵਾਰ ਜਿਹੜਾ ਹੈ ਨਾ ਕੈਨੇਡਾ 'ਚ ਰਹਿੰਦਾ ਹੈਗਾ। ਇਸ ਤਰ੍ਹਾਂ ਹੈ ਨਾ ਇੱਕ ਭਾਈ ਕਾਲਾ ਸਿੰਘ ਦੀ ਹੋਏ ਆ। ਇਹ ਜਿਹੜੇ ਕਾਲਾ ਸਿੰਘ ਸੀ ਹੈ ਨਾ, ਇਹ ਬਾਦਰ ਜਟਾਣਾ ਪਿੰਡ ਦੇ ਸੀਗੇ। ਇੱਕ ਵਾਰ ਇਹ ਮਹਾਂਪੁਰਖਾਂ ਦੇ ਦਰਸ਼ਨ ਕਰਨ ਆਏ, ਅਤੇ ਦਰਸ਼ਨ ਕਰਨ ਅਤੇ ਮਹਾਂਪੁਰਖਾਂ ਨੂੰ ਇਹਨਾਂ ਨੇ ਹੈ ਨਾ ਕਿਹਾ ਕਿ ਮਹਾਂਪੁਰਖੋ ਸਾਡੇ ਘਰ 'ਚ ਗਰੀਬੀ ਬੜੀ ਆ ਅਤੇ ਤੁਸੀਂ ਕਿਰਪਾ ਕਰੋ ਮੇਰੀ ਦਲਿੱਦਰੀ ਦੂਰ ਹੋ ਜਾਵੇ। ਜਦੋਂ ਇੰਨੀ ਗੱਲ ਹੋਈ ਤਾਂ ਬਾਬਾ ਜੀ ਕਹਿਣ ਲੱਗੇ, ਕਹਿੰਦੇ ਭਾਈ ਵੀ ਜਿਹੜੀ ਤੇਰੀ ਹੈ ਨਾ ਨਿਆਈ ਵਾਲੀ ਥਾਂ ਉੱਥੇ ਤੂੰ ਕਬਜ਼ਾ ਕਰ ਲਾ, ਪਰ ਦੂਸਰੀ ਗੱਲ ਹੈ ਵੀ ਆਪਣੀ ਮਿਹਨਤੀ ਕਰਕੇ ਪੂਰਾ ਆਪਣਾ ਹੱਕ ਲੈ ਲਾ, ਪਰ ਦੂਸਰੇ ਦਾ ਜਿਹੜਾ ਹੱਕ ਵਾ ਉਹ ਤੈਂ ਨਹੀਂ ਲੈਣਾ ਹੈਗਾ। ਉਹਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਕਬਜ਼ਾ ਨਹੀਂ ਕਰਨਾ, ਚਾਹੇ ਉਹ ਜਗ੍ਹਾ 1 ਇੰਚ ਵੀ ਕਿਉਂ ਨਾ ਹੋਵੇ। ਦੇਖੋ ਜਦੋਂ ਇਹ ਬਚਨ ਭਾਈ ਕਾਲਾ ਸਿੰਘ ਨੂੰ ਕਹੇ ਅਤੇ ਇਹਨੇ ਆਪਣੀ ਜਿਹੜੀ ਨਿਆਈ ਵਾਲੀ ਥਾਂ ਸੀ ਘਰ ਆ ਕੇ ਉਹਦੇ ਉੱਤੇ ਕਬਜ਼ਾ ਕਰਕੇ ਅਤੇ ਕੁਛ ਜਿਹੜੀਆਂ ਸੀ ਮੋਹੜੀਆਂ ਗੱਡ ਕੇ ਅਤੇ ਉਹਦਾ ਆਲਾ ਦੁਆਲਾ ਘਰਾਓ ਕਰ ਲਿਆ। ਜਦ ਕਿ ਘੇਰਾ ਕੀਤਾ ਅਤੇ ਜਿਹੜੇ ਦੂਸਰੇ ਲੋਕ ਸੀ ਜਿਨ੍ਹਾਂ ਦੀ ਨਾਲ ਜ਼ਮੀਨ ਲੱਗਦੀ ਸੀ, ਜਦ ਉਹਨਾਂ ਨੇ ਦੇਖਿਆ ਵੀ ਇਹਨੇ ਤਾਂ ਮੋਹੜੀਆਂ ਗੱਡ ਕੇ ਆਪਣਾ ਜਿਹੜੇ ਜਗ੍ਹਾ ਥਾਂ ਹੈ ਉਹਦਾ ਕਬਜ਼ਾ ਕਰ ਲਿਆ, ਅਤੇ ਉਸ ਪਰਿਵਾਰ ਨੇ ਇਹਦੇ ਪਰਿਵਾਰ ਦੇ ਨਾਲ ਝਗੜਾ ਕਰ ਲਿਆ। ਜਦ ਕਾਲਾ ਸਿੰਘ ਦੇ ਪਰਿਵਾਰ ਦੇ ਨਾਲ ਝਗੜਾ ਹੋਇਆ ਸੀ, ਇਸ ਝਗੜੇ ਵਿੱਚ ਦੂਸਰੇ ਆਦਮੀ ਦਾ ਜਿਹੜਾ ਨੁਕਸਾਨ ਹੋ ਗਿਆ ਸੀ, ਉਹਦੇ ਵਿੱਚੋਂ ਇੱਕ ਜੀ ਜਿਹੜਾ ਸੀਗਾ ਇਸ ਝਗੜੇ ਵਿੱਚ ਬਾਅਦ ਦੇ ਵਿੱਚ ਮਾਰਿਆ ਗਿਆ ਸੀ। ਜਦ ਮਾਰਿਆ ਗਿਆ ਸੀ ਤਾਂ ਇਹਦੀ ਸਾਰੀ ਰਿਪੋਰਟ ਜਿਹੜੀ ਸੀ ਪੁਲਿਸ ਵਿੱਚ ਹੋਈ ਸੀ, ਪਰ ਫਿਰ ਜਿਹੜਾ ਕਾਲਾ ਸਿੰਘ ਸੀ ਘਰੋਂ ਭੱਜ ਗਿਆ ਸੀ, ਪਰ ਇਹਦੇ ਜਿਹੜੇ ਲੜਕੇ ਸੀਗੇ ਪੁਲਿਸ ਨੇ ਫੜ ਕੇ ਜੇਲ੍ਹ 'ਚ ਕਰਤੇ ਸੀ, ਅਤੇ ਇਹਦੇ ਘਰ ਦੀ ਜਿਹੜੀ ਨਾਕਾਬੰਦੀ ਕਰਕੇ ਉੱਥੇ ਸਾਰਾ ਜਿਹੜਾ ਸੀ ਪੁਲਿਸ ਨੇ ਪਹਿਰਾ ਲਾ ਦਿੱਤਾ ਸੀਗਾ। ਉਸ ਤੋਂ ਬਾਅਦ ਦੇਖੋ ਕੁਦਰਤੀ ਇਸੇ ਹੀ ਕਾਲੇ ਸਿੰਘ ਦੇ ਨਗਰ ਦਾ ਹੈ ਨਾ ਇੱਕ ਆਦਮੀ ਜਿਹਦਾ ਨਾਂ ਸੀ ਝੱਗੜ ਸਿੰਘ। ਇਹ ਝੱਗੜ ਸਿੰਘ ਸੀ, ਇਹ ਮਹਾਂਪੁਰਖਾਂ ਦੇ ਦਰਸ਼ਨ ਕਰਨ ਆਇਆ। ਜੋ ਦਰਸ਼ਨ ਕਰਨ ਆਇਆ ਤਾਂ ਬਾਬਾ ਜੀ ਨੇ ਹੈ ਨਾ ਫਿਰ ਝੱਗੜ ਸਿੰਘ ਨੂੰ ਪੁੱਛਿਆ ਸੀ, ਕਹਿੰਦੇ ਵੀ ਤੇਰੇ ਪਿੰਡ ਦਾ ਇੱਕ ਕਾਲਾ ਸਿੰਘ ਆ, ਉਹਦਾ ਹਾਲ ਸੁਣਾ ਵੀ ਕੀ ਆ। ਜਦ ਇੰਨੀ ਗੱਲ ਹੋਈ ਸੀ ਫਿਰ ਝੱਗੜ ਸਿੰਘ ਨੇ ਸਾਰੀ ਗੱਲਬਾਤ ਬਾਬਾ ਜੀ ਨੂੰ ਦੱਸੀ ਸੀ ਕਿ ਕਿਵੇਂ ਉਹ ਜਦੋਂ ਜ਼ਮੀਨ ਦਾ ਕਬਜ਼ਾ ਲੈਣਾ ਸੀ ਉਹਦੇ ਵਿੱਚ ਫਿਰ ਕਾਲਾ ਸਿੰਘ ਦਾ ਝਗੜਾ ਹੋਇਆ ਸੀ। ਇਸ ਝਗੜੇ 'ਚ ਇੱਕ ਆਦਮੀ ਜਿਹੜਾ ਵਿਰੋਧੀ ਧਿਰ ਦਾ ਸੀ ਉਹ ਮਾਰਿਆ ਗਿਆ ਸੀ, ਅਤੇ ਕਾਲਾ ਸਿੰਘ ਫਰਾਰ ਹੈਗਾ, ਅਤੇ ਉਹਦੇ ਲੜਕੇ ਜੇਲ੍ਹ ਦੇ ਵਿੱਚ ਵਾ, ਅਤੇ ਉਹਦੇ ਘਰ ਦੇ ਵਿੱਚ ਨਾਕਾਬੰਦੀ ਕੀਤੀ ਹੋਈ। ਅਤੇ ਫਿਰ ਬਾਬਾ ਜੀ ਨੇ ਆਖਿਆ ਸੀ, ਕਹਿੰਦੇ ਭਾਈ ਕੋਈ ਵੀ ਪੁਲਿਸ ਕੋਈ ਵੀ ਜਿਹੜਾ ਫੈਸਲਾ ਹੈਗਾ ਇਹ ਕਾਲਾ ਸਿੰਘ ਦਾ ਕੋਈ ਵਿਗਾੜ ਨਹੀਂ ਸਕਦਾ ਹੈਗਾ, ਕਿਉਂਕਿ ਕਾਲਾ ਸਿੰਘ ਦੇ ਪਰਿਵਾਰ ਨੂੰ ਅਸੀਂ ਸੀਸ ਦਿੱਤੀ ਆ ਕਿ ਉਹਦਾ ਪਰਿਵਾਰ ਵਧੇਗਾ ਫੁੱਲੇਗਾ, ਉਹਦੇ ਚਵਾਰੇ ਬਣਨਗੇ, ਅਤੇ ਇਸ ਕਰਕੇ ਕਾਲਾ ਸਿੰਘ ਦੀ ਹੈ ਨਾ ਚੜ੍ਹਦੀ ਕਲਾ ਹੋਊਗੀ। ਦੇਖੋ ਅੱਜ ਵੀ ਜਿਹੜਾ ਪਰਿਵਾਰ ਆ ਕਾਲਾ ਸਿੰਘ ਦਾ ਇਹ ਮਹਾਂਪੁਰਖਾਂ ਦੀ ਸੇਵਾ ਕਰਦਾ ਹੈਗਾ। ਇਸ ਤਰ੍ਹਾਂ ਇੱਕ ਹੈ ਨਾ ਹਰਚੰਦ ਸਿੰਘ ਹੋਇਆ ਲਹਿਰੇ ਖਾਨੇ ਦੇ। ਇਹ ਸੰਤ ਬਦਾਵਾ ਸਿੰਘ ਜਿਹੜੇ ਲਹਿਰੇ ਖਾਨੇ ਦੇ ਸੀ ਉਹਨਾਂ ਦੀ ਸੇਵਾ ਕਰਦੇ ਹੁੰਦੇ ਸੀ, ਅਤੇ ਉਹਨਾਂ ਦੀ ਸੇਵਾ ਦੀ ਪ੍ਰੇਰਨਾ ਸਦਕਾ ਇਹ ਬਾਬਾ ਮਹਾ ਹਰਨਾਮ ਸੁਣ ਦੇ ਦਰਸ਼ਨ ਕਰਨ ਆਏ। ਜਦ ਦਰਸ਼ਨ ਕਰਨ ਆਏ ਅਤੇ ਇਹਨਾਂ ਨੇ ਜਦ ਦਰਸ਼ਨ ਕੀਤੇ ਮਹਾਂਪੁਰਖਾਂ ਦੇ ਬੜੇ ਨਿਹਾਲ ਹੋਏ। ਉਸ ਤੋਂ ਬਾਅਦ ਫਿਰ ਇਹ ਜਦ ਦਰਸ਼ਨ ਕਰਕੇ ਵਾਪਸ ਆਪਣੇ ਪਿੰਡ ਗਏ ਅਤੇ ਸੰਤ ਬਦਾਵਾ ਸਿੰਘ ਨੂੰ ਕਹਿਣ ਲੱਗੇ ਕਿ ਤੁਸੀਂ ਹੈ ਨਾ ਮਹਾਂਪੁਰਖਾਂ ਦੀ ਬੜੀ ਸਿਫਤ ਕਰਦੇ ਆ ਬਾਬਾ ਮਹਾ ਹਰਨਾਮ ਸੁਣਾ ਦੀ, ਤੁਸੀਂ ਦੱਸੋ ਵੀ ਉਹਨਾਂ ਦੀ ਏਡੀ ਭਾਰੀ ਸਿਫਤ ਕਿਉਂ ਕਰਦੇ ਆ। ਜਦ ਇੰਨੀ ਗੱਲ ਹੋਈ ਅਤੇ ਫਿਰ ਸੰਤ ਬਦਾਵਾ ਸਿੰਘ ਨੇ ਦੱਸਿਆ ਸੀਗਾ, ਕਹਿੰਦੇ ਵੀ ਕੋਈ ਸਾਧੂ ਹੋਵੇ ਅਤੇ ਉਹਨੇ ਨਾ 12 ਸਾਲ ਕਠਿਨ ਤਪੱਸਿਆ ਕੀਤੀ ਹੋਵੇ, ਗਰਮੀ ਸਰਦੀ ਆਪਣੇ ਸਰੀਰ 'ਤੇ ਹੰਢਾਈ ਹੋਵੇ, ਭੁੱਖ ਤਰੇ ਇਹ ਜਿਹੜੀ ਆ ਇਹ ਵੀ ਸਾਰੀ ਕੱਟੀ ਹੋਵੇ, ਕਹਿੰਦੇ ਉਹਦੀ ਸੇਵਾ ਕਰ ਲਈਏ, ਅਤੇ ਦੂਸਰੀ ਸੰਤ ਮਹਾਂਪੁਰਖ ਬਾਬਾ ਮਹਾ ਹਰਨਾਮ ਸੁਣਾ ਦੀ ਸੇਵਾ ਕਰ ਲਈਏ। ਅਤੇ ਲੇਕਿਨ 12 ਸਾਲ ਦੀ ਕਠਿਨ ਸੇਵਾ ਕਰਨ 'ਤੇ ਅਗਰ 1 ਸਾਲ ਦੀ ਸੇਵਾ ਸੰਤ ਮਹਾਂਪੁਰਖ ਬਾਬਾ ਮਹਾ ਹਰਨਾਮ ਸੁਣਾ ਦੀ ਕੀਤੀ ਜਾਵੇ ਅਤੇ 1 ਸਾਲ ਦੀ ਸੇਵਾ ਕੀਤੀ ਹੋਈ ਦਾ ਫਲ ਜਿਹੜਾ 12 ਸਾਲ ਦੀ ਕੀਤੀ ਹੋਈ ਸੇਵਾ ਤੋਂ ਵੀ ਬਹੁਤ ਵੱਡਾ ਹੈਗਾ। ਜਦ ਇਹ ਗੱਲ ਹੋਈ ਤਾਂ ਫਿਰ ਭਾਈ ਹਰਚੰਦ ਸਿੰਘ ਸੰਤ ਬਦਾਵਾ ਸਿੰਘ ਨੂੰ ਕਹਿਣ ਲੱਗੇ ਵੀ ਤੁਸੀਂ ਵੀ ਹੈ ਨਾ ਸਾਨੂੰ ਬਾਬਾ ਮਹਾ ਹਰਨਾਮ ਸੁਣਾ ਦੀ ਸੇਵਾ ਲੈ ਦਿਓ। ਜਦ ਇੰਨੀ ਗੱਲ ਹੋਈ ਹੈ ਤਾਂ ਫਿਰ ਸੰਤ ਬਦਾਵਾ ਸਿੰਘ ਨੂੰ ਕਹਿਣ ਲੱਗੇ, ਕਹਿੰਦੇ ਭਾਈ ਸੇਵਾ ਤਾਂ ਤੈਨੂੰ ਮਿਲ ਜੂਗੀ, ਪਰ ਇੱਕ ਚੀਜ਼ ਦਾ ਖਿਆਲ ਹੈਗਾ ਕਿ ਸਦਾ ਹੈ ਨਾ 7 ਬਚਨ ਦੇ ਅਧਿਕਾਰੀ ਬਣੇ ਰਹਿਣਾ ਹੈਗਾ, ਅਤੇ ਬਚਨ ਨੂੰ ਕਦੀ ਅੱਖੋਂ ਪਰੋਲੇ ਨਹੀਂ ਕਰਨਾ। ਫਿਰ ਭਾਈ ਹਰਚੰਦ ਸਿੰਘ ਕਹਿਣ ਲੱਗੇ ਕਿ ਮੇਰੀ ਪੂਰੀ ਕੋਸ਼ਿਸ਼ ਰਹੂਗੀ ਕਿ ਮੈਂ ਮਹਾਂਪੁਰਖਾਂ ਦਾ ਜੋ ਦਿਲੀ ਪ੍ਰੇਮ ਦਿਲੀ ਪਿਆਰ ਆ ਉਹਨੂੰ ਜਿੱਤ ਸਕਾਂ। ਉਸ ਤੋਂ ਬਾਅਦ ਦੇਖੋ ਇਹ ਫਿਰ ਹੈ ਨਾ ਭੁੱਚੋ ਆਇਆ ਸੀਗਾ, ਇੱਥੇ ਸੰਤ ਬਾਬਾ ਮਹਾ ਹਰਨਾਮ ਸੁਣਾ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਸੀ। ਜਦ ਸੇਵਾ ਕੀਤੀ ਆ ਕੁਛ ਚਿਰ ਬਾਅਦ ਫਿਰ ਇੰਨੇ ਹੈ ਨਾ ਇੱਕ ਦਿਨ ਮਹਾਂਪੁਰਖਾਂ ਦੇ ਅੱਗੇ ਬੇਨਤੀ ਕਰ ਦਿੱਤੀ ਸਮਾਂ ਵਿਚਾਰ ਕੇ ਕਿ ਬਾਬਾ ਜੀ ਸਾਡੇ ਘਰ ਦੀ ਦਲਿੱਦਰੀ ਬੜੀ ਆ, ਤੁਸੀਂ ਕਿਰਪਾ ਕਰੋ ਵੀ ਸਾਡੀ ਦਲਿੱਦਰੀ ਦੂਰ ਹੋ ਜਾਵੇ। ਜਦ ਇੰਨੀ ਗੱਲ ਹੋਈ ਤਾਂ ਫਿਰ ਬਾਬਾ ਜੀ ਕਹਿਣ ਲੱਗੇ, ਕਹਿੰਦੇ ਹਰਚੰਦ ਸਿੰਘ ਅਗਰ ਤੂੰ ਦਲਿੱਦਰੀ ਦੂਰ ਕਰਨੀ ਹੈ ਨਾ ਤੂੰ ਇੱਦਾਂ ਕਰ, ਹੁਣ ਬਹੁਤ ਵਧੀਆ ਮੌਕਾ ਫੌਜ ਵਿੱਚ ਭਰਤੀ ਹੋ ਜਾ। ਜਦ ਇੰਨੀ ਗੱਲ ਹੋਈ ਹੈ ਤਾਂ ਫਿਰ ਭਾਈ ਹਰਚੰਦ ਸਿੰਘ ਜਿਹੜੇ ਸੀਗੇ ਉਹ ਕਹਿਣ ਲੱਗੇ ਕਿ ਮਹਾਂਪੁਰਖ ਅਗਰ ਮੈਂ ਫੌਜ 'ਚ ਭਰਤੀ ਹੋ ਗਿਆ ਤਾਂ ਫਿਰ ਤੁਹਾਡੀ ਸੇਵਾ ਕੌਣ ਕਰੂ। ਅਤੇ ਬਾਬਾ ਜੀ ਕਹਿਣ ਲੱਗੇ, ਕਹਿੰਦੇ ਭਾਈ ਤੂੰ ਸੇਵਾ ਦੀ ਚਿੰਤਾ ਨਾ ਕਰ, ਸੇਵਾ ਤੂੰ ਜਿੱਥੇ ਵੀ ਹੋਊਗਾ ਹੈ ਨਾ ਅਸੀਂ ਤੇਰੇ ਤੋਂ ਉੱਥੇ ਬੈਠੇ ਬਿਠਾਏ ਜਿਹੜੀ ਉਹ ਸੇਵਾ ਲੈ ਲੈਣੀ ਆ। ਜਦ ਇਹ ਬਚਨ ਮਹਾਂਪੁਰਖਾਂ ਨੇ ਕੀਤਾ ਤਾਂ ਫਿਰ ਭਾਈ ਹਰਚੰਦ ਸਿੰਘ ਜਿਹੜੇ ਸੀ ਫੌਜ ਵਿੱਚ ਭਰਤੀ ਹੋਏ।
ਫੌਜ 'ਚ ਭਰਤੀ ਹੋ, ਜਦ ਵੀ ਛੁੱਟੀ ਆਉਣਾ ਤੇ ਮਹਾਂਪੁਰਖਾਂ ਦੀ ਸੇਵਾ ਕਰਨੀ। ਸਮੇਂ ਨੇ ਦੇਖੋ ਕਰਵਟ ਬਦਲਿਆ। 3 ਲੜਕੀਆਂ ਇਸ ਦੇ ਹੋਈਆਂ ਸੀ। ਵੱਡੀ ਦਾ ਨਾਂ ਗੁਰਦੇਵ ਕੌਰ, ਫਿਰ ਪ੍ਰਸੰਨ ਕੌਰ, ਫਿਰ ਆਨੰਦ ਕੌਰ। ਜਦ 3 ਲੜਕੀਆਂ ਹੋਈਆਂ, ਪਰਿਵਾਰ 'ਚ ਵਾਧਾ ਹੋਇਆ। ਉਸ ਤੋਂ ਬਾਅਦ ਫਿਰ ਭਾਈ ਹਰਚੰਦ ਸਿੰਘ ਹੁਣਾਂ ਨੇ ਬਾਬਾ ਜੀ ਅੱਗੇ ਬੇਨਤੀ ਕੀਤੀ ਕਿ ਮੈਨੂੰ ਨੌਕਰੀ ਦੇ ਵਿੱਚ ਤਰੱਕੀ ਮਿਲ ਜਾਵੇ, ਤੁਸੀਂ ਕਿਰਪਾ ਕਰੋ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਕਹਿਣ ਲੱਗੇ, ਕਹਿੰਦੇ ਭਾਈ ਤੂੰ ਬੜੇ ਪ੍ਰੇਮ ਨਾਲ ਸੇਵਾ ਕੀਤੀ, ਤਰੱਕੀ ਤਾਂ ਤੇਰੀ ਹਰ ਹਾਲਤ ਵਿੱਚ ਹੋ ਜਾਣੀ ਆ, ਤੂੰ ਇਸ ਚੀਜ਼ ਦੀ ਕੋਈ ਚਿੰਤਾ ਨਾ ਕਰ। ਪਰ ਫਿਰ ਉਸਨੇ ਕਿਹਾ ਸੀ ਕਿ ਮਹਾਂਪੁਰਖੋ ਦੇਖੋ, ਮੇਰੇ ਜਿਹੜੀਆਂ 3 ਲੜਕੀਆਂ ਹੈਗੀਆਂ, ਇਸ ਕਰਕੇ ਘਰ ਦਾ ਜਿਹੜਾ ਖਰਚਾ ਜ਼ਿਆਦਾ ਵੱਧ ਗਿਆ ਹੈਗਾ। ਤਰੱਕੀ ਹੋ ਜੂਗੀ ਅਤੇ 4 ਪੈਸੇ ਸੋਹਣੇ ਮਿਲਣ ਲੱਗਣਗੇ ਅਤੇ ਘਰ ਦਾ ਕੰਮ ਵਧੀਆ ਚੱਲੂ। ਅਤੇ ਬਾਬਾ ਜੀ ਕਹਿਣ ਲੱਗੇ, ਭਾਈ ਤੇਰੀ ਤਰੱਕੀ ਵੀ ਹੋਊ ਅਤੇ ਤੇਰੇ ਘਰ ਦੇ ਵਿੱਚ ਹੋਰ ਵੀ ਜਿਹੜੀਆਂ ਨਾ ਖੁਸ਼ੀਆਂ ਉਹ ਸਮਾਂ ਪਾ ਕੇ ਜ਼ਰੂਰ ਆਉਣਗੀਆਂ। ਜਦ ਮਹਾਂਪੁਰਖਾਂ ਨੇ ਇਹ ਵਚਨ ਕੀਤਾ, ਦੇਖੋ ਇਹ ਉੱਥੇ ਗਿਆ ਅਤੇ ਜਦ ਜਾਂਦਿਆਂ ਨੂੰ ਇਹਦੀ ਤਰੱਕੀ ਦੀ ਸਿਫਾਰਿਸ਼ ਜਿਹੜੀ ਸੀ ਉਹ ਫੌਜ ਦੇ ਜਿਹੜੇ ਅਫਸਰ ਸੀ ਉਹਨੇ ਕਰ ਦਿੱਤੀ। ਅਤੇ ਇਸ ਭਾਈ ਹਰਚੰਦ ਸਿੰਘ ਹੁਣਾਂ ਨੂੰ ਜਦ ਫੌਜ ਵਿੱਚ ਤਰੱਕੀ ਮਿਲੀ ਅਤੇ ਉਸ ਤਰੱਕੀ ਤੋਂ ਬਾਅਦ ਜਿਹੜੀ ਪਹਿਲੀ ਤਨਖਾਹ ਸੀ ਇਹਨਾਂ ਨੇ ਭੁੱਚੋ ਮਹਾਂਪੁਰਖਾਂ ਦੇ ਸੇਵਾ ਦੇ ਵਿੱਚ ਭੇਜੀ ਸੀ। ਉਸ ਤੋਂ ਬਾਅਦ ਦੇਖੋ ਜਦ ਸੇਵਾ 'ਚ ਤਨਖਾਹ ਆਈ, ਫਿਰ ਐਸੀ ਕਿਰਪਾ ਹੋਈ। ਫਿਰ ਇਹਨੂੰ 3 ਲੜਕੀਆਂ ਤੋਂ ਬਾਅਦ ਇੱਕ ਪੁੱਤਰ ਦੀ ਦਾਤ ਮਿਲੀ। ਫਿਰ ਦੇਖੋ ਇਹਨਾਂ ਦੇ ਪਰਿਵਾਰ ਨੇ ਮਹਾਂਪੁਰਖਾਂ ਦਾ ਨਾਂ ਲਿਖਾਇਆ ਅਤੇ ਬਾਬਾ ਜੀ ਨੇ ਉਹਦਾ ਨਾਂ ਹੈ ਦਇਆ ਸਿੰਘ ਰੱਖਿਆ ਸੀਗਾ। ਉਸ ਤੋਂ ਬਾਅਦ ਫਿਰ 2 ਪੁੱਤਰ ਫਿਰ ਹੋਏ। ਇੱਕ ਦਾ ਨਾਂ ਗੁਰਦੇਵ ਸਿੰਘ ਵਾ ਅਤੇ ਦੂਸਰੇ ਦਾ ਨਾਂ ਫਿਰ ਨਾ ਸਰਜੀਤ ਸਿੰਘ ਰੱਖਿਆ ਸੀਗਾ। ਇਸੇ ਤਰ੍ਹਾਂ ਨਾ ਇੱਕ ਸੇਠ ਬਾਲਕ ਰਾਮ ਨਾਮ ਹੋਏ ਭੁੱਚੋ ਨਗਰ ਦੇ। ਇਹ ਵੀ ਹੈ ਨਾ ਔਲਾਦ ਤੋਂ ਸੱਖਣੇ ਸੀਗੇ। ਜਦੋਂ ਸੱਖਣੇ ਸੀਗੇ ਅਤੇ ਦੇਖੋ ਸਮਾਂ ਆਇਆ ਪਿਛਲੀ ਉਮਰ ਦੇ ਵਿੱਚ, ਜਦੋਂ ਇਹਨਾਂ ਦੀ ਘਰ ਵਾਲੀ ਦੇ ਉੱਤੇ ਜਿਹੜੀ ਸੀਗੀ ਉਹ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋਈ ਅਤੇ ਇਹ ਜਿਹੜਾ ਬਾਲਕ ਰਾਮ ਨਾਮ ਸੀਗਾ ਹੈ ਨਾ, ਇਹ ਇੱਕ ਜੋਤਸ਼ੀ ਰਹਿੰਦਾ ਸੀ ਉਹਨਾਂ ਟਾਈਮਾਂ 'ਚ, ਜਿਹਦਾ ਨਾਂ ਸੀ ਭਵਨਾ ਰਾਮ ਪੰਡਤ। ਇਹ ਉਹਦੇ ਕੋਲ ਗਿਆ। ਜਦ ਜੋਤਸ਼ੀ ਨੇ ਟੇਬਾ ਲਵਾਇਆ ਤਾਂ ਫਿਰ ਉਸ ਜੋਤਸ਼ੀ ਨੇ ਜਿਹੜਾ ਸੀਗਾ ਇਹ ਬਾਲਕ ਰਾਮ ਨੂੰ ਇਹ ਦੱਸਿਆ, ਕਹਿੰਦੇ ਵੀ ਤੇਰੇ ਲੜਕੀ ਹੋਊਗੀ। ਜਦ ਇੰਨੀ ਗੱਲ ਹੋਈ ਆ ਅਤੇ ਫਿਰ ਇਹ ਚੁੱਪ ਕਰ ਗਿਆ। ਮਨ 'ਚ ਸੋਚਿਆ ਵੀ ਆਖਰੀ ਉਮਰ ਹੈ, ਅਗਰ ਰੱਬ ਨੇ ਕਿਰਪਾ ਵੀ ਕੀਤੀ ਆ ਅਤੇ ਅਗਰ ਲੜਕੀ ਦਿੱਤੀ, ਅਗਰ ਪੁੱਤਰ ਦੇ ਦਿੰਦਾ ਤਾਂ ਸਾਰੀ ਜ਼ਮੀਨ ਜਾਇਦਾਦ ਮੇਰਾ ਜੋ ਵੀ ਸਰਮਾਇਆ ਉਹਦਾ ਮਾਲਕ ਬਣ ਜਾਂਦਾ। ਇਹ ਸੋਚ ਕੇ ਹੈ ਨਾ ਬੜਾ ਉਦਾਸ ਹੋਇਆ। ਪਰ ਫਿਰ ਵੀ ਹੈ ਨਾ ਕਿਸੇ ਦੇ ਕਹਿਣ ਦੇ ਉੱਤੇ ਇਹ ਮਹਾਂਪੁਰਖਾਂ ਦੇ ਦਰਸ਼ਨ ਕਰਨਾ ਹੈ। ਜਦ ਦਰਸ਼ਨ ਕਰਨ ਆਏ ਤਾਂ ਇਹਨੇ ਬਾਬਾ ਜੀ ਨੂੰ ਸਾਰੀ ਗੱਲਬਾਤ ਦੱਸੀ। ਜਦ ਦੱਸੀ ਆ ਤਾਂ ਬਾਬਾ ਜੀ ਹੱਸ ਕੇ ਕਹਿਣ ਲੱਗੇ, ਕਹਿੰਦੇ ਭਾਈ ਕੋਈ ਗੱਲ ਨਹੀਂ, ਵੀ ਤੂੰ ਚਿੰਤਾ ਨਾ ਕਰ, ਵੀ ਤੇਰੇ ਘਰ ਦੇ ਵਿੱਚ ਤੇਰਾ ਇੱਕ ਜਿਹੜਾ ਬਜ਼ੁਰਗ ਹੈ ਨਾ ਗੇਂਦਾ ਮਾਲਵਾ, ਉਹਨੇ ਆਉਣਾ ਹੈਗਾ। ਪਰ ਦੂਸਰੀ ਗੱਲ ਤੁਸੀਂ ਉਹਦੀ ਹੈ ਨਾ ਸੰਭਾਲ ਕਰ ਲਿਓ। ਜੇ ਸੰਭਾਲ ਕਰ ਲਓਗੇ ਤਾਂ ਵਧੀਆ ਰਹੋਗੇ। ਜਦ ਇੰਨੀ ਗੱਲ ਹੋਈ ਆ ਅਤੇ ਇਹ ਜਿਹੜਾ ਸੀਗਾ ਮਨ 'ਚ ਬੜਾ ਖੁਸ਼ ਹੋਇਆ, ਪਰ ਅੰਦਰੋਂ ਜਿਹੜਾ ਸੀ ਥੋੜ੍ਹਾ ਜਿਹਾ ਸੋਚਣ ਵੀ ਲੱਗਾ ਕਿ ਮਹਾਂਪੁਰਖਾਂ ਨੇ ਪੁੱਤਰ ਦਾ ਵਰਦਾਨ ਤਾਂ ਦੇ ਦਿੱਤਾ, ਪਰ ਸੰਭਾਲ ਦਾ ਸਾਨੂੰ ਪਤਾ ਨਹੀਂ ਵੀ ਅਸੀਂ ਸੰਭਾਲ ਕਿਵੇਂ ਕਰਨੀ ਆ। ਪਰ ਜਦ ਘਰ ਗਿਆ ਅਤੇ ਇਹਨੇ ਜਿਹੜੇ ਜੋਤਸ਼ੀ ਤੋਂ ਪਹਿਲਾਂ ਪਤਰੀ ਖੜਾਈ ਸੀਗੀ, ਉਸ ਭਵਨਾ ਰਾਮ ਪੰਡਿਤ ਨੂੰ ਹੈ ਨਾ ਜਿਹੜਾ ਇਹ ਦੈਤ ਕਹਿ ਦਿੱਤਾ ਵੀ ਮੇਰੇ ਮੁੰਡਾ ਹੋਊਗਾ। ਜਦ ਲੜਕੇ ਦੀ ਗੱਲ ਕੀਤੀ ਤਾਂ ਜਿਹੜਾ ਪੰਡਿਤ ਭਵਨਾ ਰਾਮ ਪੰਡਿਤ ਸੀਗਾ ਉਹ ਕਹਿਣ ਲੱਗਾ ਵੀ ਇਹ ਕਿਵੇਂ ਹੋ ਸਕਦਾ ਹੈ, ਮੇਰਾ ਜੋਤਿਸ਼ ਕਦੀ ਗਲਤ ਨਹੀਂ ਹੋ ਸਕਦਾ। ਕਿਉਂ? ਜੇ ਅਗਰ ਮੇਰਾ ਜੋਤਿਸ਼ ਗਲਤ ਹੋ ਗਿਆ, ਮੇਰੇ ਜੋਤਿਸ਼ ਦੇ ਅਨੁਸਾਰ ਤੇਰੇ ਘਰ ਦੇ ਵਿੱਚ ਲੜਕੀ ਲਿਖੀ ਹੋਈ ਆ, ਅਤੇ ਜੇ ਮੇਰਾ ਜੋਤਿਸ਼ ਗਲਤ ਹੋਇਆ ਤਾਂ ਮੈਂ ਜਿੰਨੇ ਜੋਤਿਸ਼ ਦੇ ਗ੍ਰੰਥ ਆ ਇਹ ਸਾਰੇ ਸਾੜ ਦੂੰਗਾ ਅਤੇ ਜੋਤਸ਼ੀ ਦਾ ਕੰਮ ਕਰਕੇ ਇੱਕ ਪਾਸੇ ਹੋ ਜਾਊਂਗਾ। ਜਦ ਇੰਨੀ ਗੱਲ ਹੋਈ ਆ ਤਾਂ ਫਿਰ ਸੇਠ ਬਾਲਕ ਰਾਮ ਨੇ ਹੈ ਨਾ ਉਹ ਜੋਤਸ਼ੀ ਨੇ ਦੱਸਿਆ ਸੀਗਾ ਕਿ ਮੈਨੂੰ ਹੈ ਨਾ ਸੰਤ ਮਹਾਂਪੁਰਖ ਬਾਬਾ ਮਾਹਰ ਨਾਮ ਸੁਣਾ ਨੇ ਜਿਹੜਾ ਸੀਗਾ ਉਹ ਲੜਕੇ ਬਾਰੇ ਆਖਿਆ ਹੈਗਾ ਕਿ ਤੇਰਾ ਲੜਕਾ ਹੋਵੇਗਾ। ਜਦ ਇੰਨੀ ਗੱਲ ਹੋਈ ਆ ਤਾਂ ਫਿਰ ਇਹ ਜਿਹੜਾ ਜੋਤਸ਼ੀ ਸੀਗਾ ਫਿਰ ਚੁੱਪ ਕਰ ਗਿਆ ਸੀਗਾ। ਪਰ ਦੇਖੋ ਉਸ ਤੋਂ ਬਾਅਦ ਕਿਉਂਕਿ ਜਦੋਂ ਇਹਦੇ ਲੜਕਾ ਹੋਇਆ ਸੀ ਉਸ ਤੋਂ ਬਾਅਦ ਮਹਾਂਪੁਰਖਾਂ ਦਾ ਬਚਨ ਨੇ ਤਾਂ ਸੰਭਾਲ ਨਹੀਂ ਹੋਇਆ ਅਤੇ ਨਾ ਸੰਭਾਲਣ ਕਰਕੇ ਸਮਾਂ ਪਾ ਕੇ ਉਹ ਲੜਕਾ ਜਿਹੜਾ ਸੀਗਾ ਫਿਰ ਗੁਜ਼ਰ ਗਿਆ ਸੀਗਾ। ਉਸ ਤੋਂ ਬਾਅਦ ਇਹਦਾ ਇੱਕ ਭਤੀਜਾ ਜਿਹਦਾ ਨਾਂ ਹੈ ਨਾ ਵੇਦ ਪ੍ਰਕਾਸ਼, ਉਹਨੂੰ ਫਿਰ ਇਸ ਸੇਠ ਨੇ ਜਿਹੜਾ ਸੀਗਾ ਮਤਵੰਨਾ ਜਿਹੜਾ ਬਣਾ ਲਿਆ ਸੀਗਾ, ਮਤਵੰਨਾ ਪੁੱਤਰ ਬਣਾ ਕੇ ਜਿਹੜਾ ਸੀਗਾ ਆਪਣੇ ਘਰ ਸੰਸਾਰ ਦਾ ਜੋ ਸਾਰਾ ਕਾਰਜਕਾਰ ਸੀਗਾ ਉਹਦੇ ਹਵਾਲੇ ਕੀਤਾ ਸੀਗਾ। ਇਸ ਤਰ੍ਹਾਂ ਨਾ ਇੱਕ ਮਾਈ ਰਤੋ ਹੋਈ ਆ, ਇਹ ਵੀ ਹੈ ਨਾ ਮਹਾਂਪੁਰਖਾਂ ਦੀ ਆਪਣੀਆਂ ਨੌਹਾਂ ਦੇ ਨਾਲ ਸੇਵਾ ਕਰਦੀ ਹੁੰਦੀ ਸੀ। ਜਦ ਸੇਵਾ ਕਰਦੀ ਹੁੰਦੀ ਸੀ ਤਾਂ ਉਹਨਾਂ ਟਾਈਮਾਂ ਦੇ ਵਿੱਚ ਜਿਹੜੀ ਖੂਹੀ ਸੀ ਉਹ ਤੋਂ ਹੈ ਨਾ ਜਿੰਨੇ ਵੀ ਘੜੇ ਇਹ ਚੱਕ ਕੇ ਲਿਆਉਂਦੀ ਹੁੰਦੀ ਸੀ, ਲੰਗਰ 'ਚ ਰੱਖਦੀ ਹੁੰਦੀ ਸੀ। ਜਦ ਇਸ ਤਰ੍ਹਾਂ ਸੇਵਾ ਕਰਦੀ ਨੂੰ ਜਦ ਸਮਾਂ ਬੀਤਿਆ, ਇੱਕ ਵਾਰ ਜਦ ਗਰਮੀਆਂ ਦਾ ਸਮਾਂ ਆਇਆ ਸੀ, ਉਹਨਾਂ ਸਮਿਆਂ ਦੇ ਵਿੱਚ ਮੀਂਹ ਪੈਣੇ ਬੰਦ ਹੋ ਗਏ ਅਤੇ ਮੀਂਹ ਪੈਣੇ ਬੰਦ ਹੋ ਗਏ ਅਤੇ ਪਾਣੀ ਜਿਹੜੇ ਸੀਗੇ ਕਾਫੀ ਸੁੱਕ ਗਏ ਜਾਂ ਥੱਲੇ ਨੂੰ ਚਲੇ ਗਏ। ਉਸ ਤੋਂ ਬਾਅਦ ਜਦ ਪਾਣੀ ਦੀ ਪ੍ਰੋਬਲਮ ਹੋਈ ਤਾਂ ਇਹਨਾਂ ਨੇ ਹੈ ਨਾ ਬਾਬਾ ਜੀ ਦੇ ਅੱਗੇ ਬੇਨਤੀ ਕੀਤੀ। ਜਦ ਮਹਾਂਪੁਰਖਾਂ ਅੱਗੇ ਬੇਨਤੀ ਕੀਤੀ ਤਾਂ ਮਹਾਂਪੁਰਖ ਕਹਿਣ ਲੱਗੇ ਵੀ ਆਹ ਜਿਹੜਾ ਹੈ ਨਾ ਸਾਹਮਣੇ ਛੱਪੜ ਹੈਗਾ, ਇਹ ਛੱਪੜ ਨੂੰ ਤੁਸੀਂ ਹੈ ਨਾ ਸਾਫ਼ ਕਰਕੇ ਪੱਧਰਾ ਕਰਕੇ ਅਤੇ ਉੱਤੇ ਇਹਦੇ ਆਲੇ ਦੁਆਲੇ ਸੁੰਦਰ ਵੱਟ ਬਣਾ ਦਿਓ। ਦੇਖੋ ਇਸੇ ਮਾਈ ਰਤੋ ਨੇ ਆਪਣੀ ਨੌਹਾਂ ਅਤੇ ਹੋਰ ਸੇਵਾ ਦੇ ਨਾਲ ਮਿਲ ਕੇ ਉਹ ਛੱਪੜ ਜਿਹੜਾ ਸੀਗਾ ਉਹਦੀ ਗਾਰ ਕੱਢ ਕੇ ਉਹਨੂੰ ਸਾਫ਼ ਕਰਨਾ ਸ਼ੁਰੂ ਕਰਤਾ, ਪੁੱਟਣਾ ਸ਼ੁਰੂ ਕਰ ਦਿੱਤਾ
ਤੇ ਜਿੰਨੀ ਵੀ ਜਿਹੜੀ ਮਿੱਟੀ ਸੀ ਉਹਦੇ ਆਲੇ ਦੁਆਲੇ ਲਾ ਕੇ ਉਹਨਾਂ ਨੂੰ ਉੱਚਾ ਕਰਨ ਲਾਤਾ। ਜਦ ਉੱਚਾ ਕਰਨ ਲਾਤਾ ਇਸ ਤਰ੍ਹਾਂ ਨਾ 5-7 ਦਿਨ ਜਿਹੜੇ ਸੀਗੇ ਇਸ ਕੰਮ ਕਾਰ ਕਰਦਿਆਂ ਨਿਕਲ ਗਏ। ਜਦੋਂ 5-7 ਦਿਨਾਂ ਬਾਅਦ ਛੱਪੜ ਤਿਆਰ ਹੋਇਆ ਸੀਗਾ, ਫਿਰ ਇਹਨਾਂ ਨੇ ਸਾਰਿਆਂ ਨੇ ਮਹਾਂਪੁਰਖਾਂ ਨੂੰ ਕਹਿ ਦਿੱਤਾ ਕਹਿੰਦੇ ਮਹਾਂਪੁਰਖੋ ਵੀ ਉਹ ਛੱਪੜ ਜਿਹੜਾ ਸੀਗਾ ਹੁਣ ਪੂਰਾ ਤਿਆਰ ਕਰਤਾ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਕਹਿਣ ਲੱਗੇ ਚੰਗਾ ਸ਼ੁੱਧ ਹੈ। ਉਹ ਤੋਂ ਬਾਅਦ ਦੇਖੋ ਰਾਤ ਹੋਈ ਆ, ਰਾਤ ਤੋਂ ਬਾਅਦ ਹਵਾ ਠੰਡੀ ਵਗੀ ਆ, ਫਿਰ ਬਾਰਿਸ਼ ਬੜੀ ਭਾਰੀ ਹੋਈ। ਜਦ ਬਾਰਿਸ਼ ਭਾਰੀ ਹੋਈ ਛੱਪੜ ਵੀ ਸਾਰਾ ਭਰ ਗਿਆ ਅਤੇ ਜਿੰਨੇ ਜਿਹੜੇ ਜ਼ਿਮੀਂਦਾਰ ਸੀ ਉਹਨਾਂ ਟਾਈਮਾਂ ਵਿੱਚ ਬੜੇ ਪ੍ਰਸੰਨ ਹੋਏ ਅਤੇ ਉਹਨੇ ਮਹਾਂਪੁਰਖਾਂ ਦੀ ਜਿਹੜੀ ਸੀ ਫਿਰ ਜੈ ਜੈਕਾਰ ਕੀਤੀ। ਸੋ ਦਾਸ ਇੰਨੇ ਹੀ ਬਚਨ ਕਰਦਾ ਹੋਇਆ ਖਿਮਾ ਦਾ ਜਾ ਚੁੱਕਾ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।